ਸਤਿ ਸ਼੍ਰੀ ਅਕਾਲ। ਆਈਵਲ ਟੀਵੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਜਸਪਾਲ ਮਾਨ ਤੇ ਤੁਸੀਂ ਦੇਖ ਰਹੇ ਹੋ ਖਾਸ ਪ੍ਰੋਗਰਾਮ ਹੈਲਥਫੁਲ। ਤਾਂ ਹੈਲਥਫੁਲ ਦੇ ਵਿੱਚ ਆਪਾਂ ਸਿਹਤ ਬਾਬਤ ਗੱਲਬਾਤ ਕਰਦੇ ਹਾਂ। ਤਾਂ ਸਾਡੇ ਨਾਲ ਇੱਕ ਖਾਸ ਮਹਿਮਾਨ ਨੇ ਜਿਨ੍ਹਾਂ ਨਾਲ ਪਹਿਲਾਂ ਵੀ ਰਾਬਤਾ ਕਾਇਮ ਕੀਤਾ, ਪਹਿਲਾਂ ਵੀ ਸਟੂਡੀਓ ਦੇ ਵਿੱਚ ਆਏ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਕਮਲਿੰਦਰ ਸਿੰਘ ਕੰਗ ਜੀ ਦਾ ਸਵਾਗਤ ਕਰਦੇ ਹਾਂ ਤੇ ਫਿਰ ਉਹਨਾਂ ਤੋਂ ਜਾਣਦੇ ਕੁਝ ਨੁਕਤੇ। ਤੇ ਇਸ ਨੁਕਤਿਆਂ ਨੂੰ ਤੁਸੀਂ ਮਿਹਰਬਾਨੀ ਕਰਕੇ ਗੁਜ਼ਾਰਿਸ਼ ਹੈ ਕਿ ਬਈ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚੇ। ਤੇ ਨਾਲ ਹੀ ਕਮੈਂਟ ਵੀ ਕਰਿਆ ਕਰੋ ਕੋਈ ਨੈਕਸਟ ਟਾਈਮ ਕਿਹੜੇ ਟੌਪਿਕ ਦੇ ਉੱਤੇ ਗੱਲ ਹੋਣੀ ਚਾਹੀਦੀ ਆ ਤਾਂ ਜੋ ਉਹਦੇ ਉੱਤੇ ਵੀ ਗੱਲਬਾਤ ਹੋ ਸਕੇ। ਸੋ ਸਭ ਤੋਂ ਪਹਿਲਾਂ ਆਪਾਂ ਕਮਲ ਜੀ ਦਾ ਸਵਾਗਤ ਕਰਦੇ ਹਾਂ, ਫਿਰ ਇਹ ਚਰਚਾ ਸ਼ੁਰੂ ਕਰਦੇ ਹਾਂ। ਕਮਲ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਲ ਚਾਲ ਕਾਇਮ ਹੋ? ਠੀਕ ਠਾਕ? ਹਾਂਜੀ ਹਾਂਜੀ ਵਧੀਆ ਜੀ, ਸਾਰੇ ਵਧੀਆ। ਤੇ ਕਮਲ ਜੀ ਸ਼ੁਰੂ ਕਰੀਏ ਤਾਂ ਵੈਸੇ ਤਾਂ ਤੁਹਾਡਾ ਤਾਂ ਆਪਣਾ ਲੰਬਾ ਤਜਰਬਾ, ਹਾਂਜੀ, ਪਰ ਇਹ ਕਿ ਮੈਂ ਚਾਹੁੰਦਾ ਸੀ ਕਿ ਥੋੜ੍ਹਾ ਜਿਹਾ 15-20 ਮਿੰਟ ਦੇ ਵਿੱਚ ਕੁਛ ਨਾ ਕੁਛ ਆਪਾਂ ਇਸ ਤਰ੍ਹਾਂ ਦੀ ਆਊਟਪੁੱਟ ਕੱਢ ਕੇ ਲੈ ਆਈਏ ਕਿ ਤੁਹਾਡੇ ਐਕਸਪੀਰੀਅੰਸ ਦੀ ਕਿ ਉਹ ਸਾਡੀ ਆਡੀਅנס ਤੱਕ ਵੀ ਪਹੁੰਚੇ। ਯੈਸ ਸਰ, ਡੈਫੀਨਿਟਲੀ। ਤਾਂ ਮੈਂ ਚਾਹੂੰਗਾ ਕਿ ਆਪਾਂ ਜਿਮ ਨੂੰ ਲੈ ਕੇ ਗੱਲਬਾਤ ਸ਼ੁਰੂ ਕਰੀਏ ਕਿ ਜਿਮ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੁੰਦੇ ਆ ਕਿ ਬਾਈ ਛੋਟੀ ਉਮਰ 'ਚ ਨਹੀਂ ਕਰਨਾ ਚਾਹੀਦਾ, ਕਦ ਰੁਕ ਜਾਂਦਾ। ਤਾਂ ਮੇਰਾ ਪਹਿਲਾ ਸਵਾਲ ਇਹੋ ਆ ਬੇਸਿਕ ਜਿਹਾ ਕਿ ਬਾਈ ਕਿੰਨੀ ਉਮਰ 'ਚ ਜਿਮ ਸਟਾਰਟ ਕਰਨਾ ਚਾਹੀਦਾ, ਔਰ ਉਸ ਤੋਂ ਪਹਿਲਾਂ ਮੈਂਟਲੀ ਤੁਹਾਨੂੰ ਪੋਜੀਸ਼ਨ ਤੁਹਾਡੀ ਕੀ ਹੋਣੀ ਚਾਹੀਦੀ ਹੈ, ਦਿਮਾਗ ਦੇ ਵਿੱਚ ਤੁਹਾਡੇ ਕੀ ਹੋਣਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਬਈ ਹਿਊਮਨ ਬਾਡੀਜ਼ ਹੈ ਜਿਹੜੀਆਂ ਇਟ ਇਜ਼ ਓਬਵੀਅਸ ਕਿ ਚੱਲਣ ਫਿਰਨ ਲਈ ਬਣੀਆਂ ਹੈਗੀਆਂ ਜੀ। ਬੱਚਾ ਜਦੋਂ ਪੈਦਾ ਹੁੰਦਾ ਹੈ ਸਭ ਤੋਂ ਪਹਿਲਾਂ ਉਹ ਇੱਕ ਫਿਜ਼ੀਕਲ ਐਫਰਟ ਲਾਉਂਦਾ ਹੈ, ਰੋੜਨ ਲੱਗਦਾ ਹੈ, ਫਿਰ ਸਿੱਧਾ ਖੜਾ ਹੋਣ ਲੱਗਦਾ, ਚੱਲਣ ਲੱਗਦਾ ਜੀ। ਸੋ ਕੁਛ ਟਾਈਮ ਬਾਅਦ ਉਹ ਭੱਜਣ ਲੱਗ ਜਾਂਦਾ ਹੈ। ਇੱਦਾਂ ਇੱਕ ਲਾਈਫ ਦਾ ਲਰਨਿੰਗ ਪ੍ਰੋਸੈਸ ਜਿਹੜਾ ਚੱਲਦਾ ਰਹਿੰਦਾ ਹੈ। ਸੋ ਵੇਟ ਟ੍ਰੇਨਿੰਗ ਇੱਕ ਐਕਚੁਅਲੀ ਮਾਈਂਡ ਔਰ ਮਸਲ ਕਨੈਕਸ਼ਨ ਹੈ। ਮਾਈਂਡ ਨੂੰ ਕੰਟਰੋਲ 'ਚ ਰੱਖ ਕੇ ਤੁਸੀਂ ਇੱਕ ਵੇਟ ਨੂੰ ਲੈਂਡ ਕਰਨਾ ਜਾਂ ਲਿਫਟ ਕਰਨਾ ਆਪਾਂ ਕਹਿ ਦਿੰਦੇ ਹਾਂ। ਸੋ ਬੱਚਾ ਜਦੋਂ ਥੋੜ੍ਹਾ ਜਿਹਾ ਇਸ ਚੀਜ਼ ਨੂੰ ਸਮਝਣਾ ਸ਼ੁਰੂ ਕਰ ਦੇ ਸੋ ਉਹ ਚੀਜ਼ ਸਹੀ ਹੈ ਮੇਰੇ ਖਿਆਲ 'ਚ, ਜੋ ਟ੍ਰੇਨਿੰਗ ਨੂੰ ਆਪਾਂ ਗੱਲ ਕਰੀਏ। ਬਟ ਤੁਸੀਂ ਅੱਜ ਕੱਲ੍ਹ ਦੇਖਦੇ ਹੋ ਬਹੁਤ ਸ਼ਾਰਟ ਏਜ ਦੇ ਵਿੱਚ ਹੀ ਵੀਡੀਓਜ਼ ਤੁਸੀਂ ਦੇਖਦੇ ਹੋਵੋਗੇ ਬੱਚਿਆਂ ਨੂੰ ਜੋ ਹੈਗਾ ਟ੍ਰੇਨ ਕਰਨਾ ਸ਼ੁਰੂ ਕਰ ਦਿੰਦੇ ਨੇ। ਸੋ ਸਟਰੈਂਥ ਇਜ਼ ਅ ਮਦਰ ਆਫ ਆਲ ਕੁਆਲਿਟੀਜ਼। ਜਿੰਨਾ ਆਪਾਂ ਉਹਨਾਂ ਨੂੰ ਹੱਡੀ ਨੂੰ ਜਿੰਨਾ ਵੇਟ ਤੁਸੀਂ ਦਿਓਗੇ ਸਟਰੈਸ ਜਿੰਨਾ ਹੱਡੀ 'ਤੇ ਦਿਓਗੇ ਉਹਦੀ ਓਨੀ ਜ਼ਿਆਦਾ ਸਟਰੈਂਥ ਵਧੂਗੀ, ਬੋਨ ਡੈਂਸਿਟੀ ਜਿਹੜੀ ਹੈ ਵਧੂਗੀ। ਸੋ ਇੱਥੇ ਇੱਕ ਸਵਾਲ ਹੁੰਦਾ ਹੈ ਕਿ ਹਾਈਟ ਨਾ ਰੁਕ ਜੇ, ਜੋ ਸਭ ਤੋਂ ਵੱਡੀ ਗੱਲ ਹੁੰਦੀ ਹੈਗੀ ਹੈ। ਸੋ ਇਹ ਚੀਜ਼ ਗਲਤ ਹੈ। ਸਟੱਡੀ ਇੱਕ BMJ ਜਰਨਲ, ਬ੍ਰਿਟਿਸ਼ ਮੈਡੀਕਲ ਜਰਨਲ ਦੁਆਰਾ ਜਿਹੜੀ ਇਹ ਹੋਈ ਸੀਗੀ, ਜਿਹਦੇ 'ਚ ਦੱਸਿਆ ਗਿਆ ਕਿ ਹੱਡੀ ਨੂੰ ਜਿੰਨਾ ਲੋਡ ਦਿਓਗੇ ਉਨਾ ਓਬਵੀਅਸ ਹੈ ਗਰੋ ਕਰੂਗੀ। ਸੋ ਤੁਸੀਂ ਦੇਖੋ ਇਹ ਤਾਂ ਚਲੋ ਵੇਟ ਦੀ ਗੱਲ ਹੋ ਗਈ, ਪਰ ਬੱਚੇ ਜਿਹੜੇ ਖੇਤਾਂ 'ਚ ਕੰਮ ਕਰਦੇ ਆ ਜਾਂ ਕੋਈ ਲੇਬਰ ਕਲਾਸ ਬੱਚੇ ਹੈ ਉਹਨਾਂ ਨੂੰ ਮਜਬੂਰਨ ਲੋਡ ਲੈ ਕੇ ਚੱਲਣਾ ਪੈਂਦਾ, ਸਟਿਲ ਉਹਨਾਂ ਦੀ ਹਾਈਟ ਜਿਹੜੀ ਹੈ ਗਰੋ ਕਰਦੀ ਹੈਗੀ ਹੈ। ਸੋ ਵੇਟ ਟ੍ਰੇਨਿੰਗ ਨਾਲ ਇਹ ਚੀਜ਼ ਹਾਈਟ ਜਿਹੜੀ ਹੈ ਕਦੇ ਨਹੀਂ ਰੁਕਦੀ। ਸੋ ਇੰਪੋਰਟੈਂਟ ਕੀ ਹੈ ਕਿ ਤੁਹਾਨੂੰ ਜੋ ਇੱਕ ਫਾਰਮ ਐਕਸਰਸਾਈਜ਼ ਦੀ ਜਾਂ ਟ੍ਰੇਨਿੰਗ ਜਿਹੜਾ ਹੈਗਾ ਮੂਵਮੈਂਟ ਦੱਸਣ ਵਾਲਾ ਇੱਕ ਕੋਚ ਜਿਹੜਾ ਉਹ ਬੈਸਟ ਤੁਹਾਡੇ ਕੋਲ ਹੋਣਾ ਚਾਹੀਦਾ। ਸਟਾਰਟ ਜਿਹੜੀ ਉਹਨਾਂ ਨੂੰ ਲਿਫਟ ਸਿਖਾਉਣੀ। ਸੋ ਲਰਨਿੰਗ ਟੀਨ ਇਜ਼ ਦਾ ਬੈਸਟ ਜੋ ਕਹਿੰਦੇ ਆ। ਸੋ 13 ਸਾਲ ਮੈਨੂੰ ਲੱਗਦਾ 13 ਤੋਂ ਲੈ ਕੇ ਜੋ 18 ਸਾਲ ਤੱਕ ਦੀ ਜੋ ਏਜ ਹੈ ਉਹ ਬੈਸਟ ਪੀਰੀਅਡ ਹੁੰਦਾ ਗਰੋਥ ਦਾ, ਜਿੱਥੇ ਉਹਨਾਂ ਦੀ ਹੱਡੀ ਵੀ ਗਰੋ ਕਰਦੀ ਹੈ, ਜੋ ਉਹਨਾਂ ਦੀ ਹਾਈਟ ਵੀ ਆਪਾਂ ਕਹਿ ਲਈਏ ਜਿਹੜੀ ਗਰੋ ਕਰੂਗੀ। ਸੋ 13 to 18 ਜਿਹੜਾ ਮੇਰਾ ਖੁਦ ਦਾ ਜਿਹੜਾ ਇਹ ਟਾਈਮ ਹੈ ਬੈਸਟ ਟਾਈਮ। ਯੈਸ ਬੈਸਟ ਹੈ ਜੀ। ਅਤੇ ਉਸ ਤੋਂ ਬਾਅਦ ਫਿਰ ਬਈ ਆਪਾਂ ਥੋੜ੍ਹਾ ਅੱਗੇ ਨੂੰ ਗੱਲ ਚੱਲੀਏ ਕਮਲ ਜੀ ਕਿ ਇਹ ਤਾਂ ਹੋ ਗਿਆ ਕਿ ਇਨਪੁੱਟ ਦੇਣੀ ਸ਼ੁਰੂ ਕੀਤੀ ਹੈ, ਤਾਂ ਫਿਰ ਹੌਲੀ ਹੌਲੀ ਦੀ ਆਊਟਪੁੱਟ ਵੈਸੇ ਤਾਂ ਟਾਈਮ ਲੱਗ ਜਾਂਦਾ ਪਰ ਆਊਟਪੁੱਟ ਨੂੰ ਲੈ ਕੇ ਬੜੇ ਸਵਾਲ ਹੁੰਦੇ ਕਿ ਯਾਰ ਵੀ ਮੈਂ ਜਿਮ ਜਾਂਦੇ ਨੂੰ 4 ਮਹੀਨੇ ਹੋ ਗਏ ਜਾਂ ਮੇਰੇ ਵਰਗਾ 10 ਦਿਨ ਜਾ ਕੇ ਆਖਦਾ ਕਿ ਯਾਰ ਕੀ ਗੱਲ ਹੋਊਗੀ, ਮਤਲਬ ਫਰਕ ਪਿਆ ਨਹੀਂ ਆ। ਤਾਂ ਉਹ ਆਊਟਪੁੱਟ ਕਿੰਨੇ ਚਿਰ 'ਚ ਆਉਣੀ ਚਾਹੀਦੀ ਹੈ? ਔਰ ਜਿਹੜੇ ਥੋੜ੍ਹਾ ਸ਼ਾਰਟਕਟ ਨੂੰ ਲੈ ਲੈਂਦੇ ਨੇ ਜਾਂ ਕਹਿ ਲਓ ਕਿ ਥੋੜ੍ਹਾ ਆਖਦੇ ਕਿ ਯਾਰ ਵੀ ਮੈਂ ਕੋਈ ਪ੍ਰੋਡਕਟ ਜਾਂ ਕੋਈ ਐਸੀ ਚੀਜ਼ ਨਾਲ ਐਡ ਔਨ ਕਰ ਲਾਂ, ਤਾਂ ਉਹਨਾਂ ਨੂੰ ਲੈ ਕੇ ਥੋੜ੍ਹਾ ਚੀਜ਼ਾਂ ਸਾਫ਼ ਕਰੋ ਕਿਉਂਕਿ ਬਹੁਤ ਸਾਰੀਆਂ ਉਹਨਾਂ ਨੂੰ ਲੈ ਕੇ ਕੁਛ ਮਿੱਥ ਬਣੇ ਹੋਏ ਨੇ ਔਰ ਕੁਛ ਜਿਹੜੀਆਂ ਚੀਜ਼ਾਂ ਨੇ ਕਿ ਅਸੀਂ ਆਪਣੇ ਆਪ ਹੀ ਬਣਾ ਲੈਂਦੇ ਹਾਂ ਇੱਧਰ ਉੱਧਰ ਸੁਣ ਕੇ। ਸਰ ਇੱਕ ਲਾਈਨ ਹੈ ਬੜੀ ਵਧੀਆ, ਸਲੋ ਇਜ਼ ਸਮੂਥ, ਸਮੂਥ ਇਜ਼ ਫਾਸਟ। ਮੰਨ ਲਓ ਤੁਸੀਂ ਬਾਜ਼ਾਰ ਜਾਣਾ ਹੋਵੇ ਇੱਥੋਂ, ਤਾਂ ਜੇ ਤੁਸੀਂ ਕਾਰ 'ਤੇ ਜਾਓਗੇ ਤਾਂ ਬਹੁਤ ਸਾਰੇ ਬ੍ਰੇਕ ਪੈਣਗੇ, ਤੁਹਾਨੂੰ ਰੁਕ ਜਾਓਗੇ ਤੁਸੀਂ। ਸੋ ਜੇ ਉਹੀ ਸਾਈਕਲ 'ਤੇ ਜਾਓਗੇ ਤਾਂ ਕਿਤੇ ਤੁਹਾਨੂੰ ਬ੍ਰੇਕ ਨਹੀਂ ਲੱਗਦਾ, ਤੁਸੀਂ ਆਪਦਾ ਸਮੂਥਲੀ ਚੱਲਦੇ ਜਾਂਦੇ ਹੋ। ਸੋ ਇਹ ਚੀਜ਼ ਹੈ। ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਬਿਗਨਰ ਹੁੰਦੇ ਹੋ, ਸਟਾਰਟ ਹੁੰਦੇ ਹੋ, ਪਹਿਲਾਂ ਤਾਂ ਇੱਕ ਵੇਟ ਨੂੰ ਹੋਲਡ ਕਰਨ ਦਾ ਤਰੀਕਾ ਹੀ ਤੁਸੀਂ ਸਿੱਖਦੇ ਹੋ, ਜਾਂ ਰੋਡ ਨੂੰ ਕਹਿ ਲਈਏ ਆਪਾਂ, ਜਿਮ ਦੇ ਵਿੱਚ ਜੋ ਬਾਰਬਲਸ ਹੁੰਦੀਆਂ ਉਹਨਾਂ ਨੂੰ ਹੋਲਡ ਕਰਨ ਦਾ ਤਰੀਕਾ ਹੀ ਸਿੱਖਦੇ ਹੋ। ਇਹ ਜੋ ਫਿਟਨੈਸ ਹੈ ਇਹ ਮੈਰਾਥਨ ਹੈ, ਸਪ੍ਰਿੰਟ ਨਹੀਂ ਹੈ। ਤੁਸੀਂ ਕਹੀਏ ਇਹਨੂੰ ਕਹੀਏ 100 ਮੀਟਰ ਜਿੱਦਾਂ ਆਪਾਂ ਲਾਤੀ। ਸੋ ਦਿਸ ਇਜ਼ ਨਾਟ ਅ ਸਪ੍ਰਿੰਟ, ਦਿਸ ਇਜ਼ ਅ ਮੈਰਾਥਨ। ਜਿੰਨਾ ਇਹਦੇ 'ਚ ਸਲੋਲੀ ਤੁਸੀਂ ਮੂਵ ਕਰਦੇ ਜਾਓਗੇ ਉਹਨਾਂ ਸੇਫਲੀ ਅਤੇ ਬੈਸਟ ਤਰੀਕੇ ਨਾਲ ਗਰੋ ਕਰੋਗੇ ਤੁਸੀਂ। ਸੋ ਇਹਨੂੰ
ਅਸੀਂ ਜੋ ਪਹਿਲੇ 6 ਮਹੀਨੇ ਆ ਉਹ ਤਾਂ ਬਿਗਨਰ ਹੀ ਸਮਝਦੇ ਹਾਂ ਜੇ ਕੋਈ ਵੀ ਕਲਾਇੰਟ ਸਾਡੇ ਕੋਲੇ ਆਉਂਦਾ। 6 ਮਹੀਨਿਆਂ ਤੋਂ 2 ਸਾਲ ਦੀ ਜੋ ਏਜ ਹੈ ਉਹਦੇ 'ਚ ਅਸੀਂ ਉਹਨੂੰ ਇੰਟਰਮੀਡੀਏਟ ਗਿਣਦੇ ਹਾਂ, ਐਂਡ 2 ਸਾਲ ਤੋਂ ਉੱਪਰ ਉਹ ਐਡਵਾਂਸ ਹੁੰਦਾ ਹੈ ਥੋੜ੍ਹੀ ਜੋ ਐਡਵਾਂਸ ਟੈਕਨੀਕਸ ਉਹਨੂੰ ਯੂਜ਼ ਕਰਕੇ ਆਪਾਂ ਜਿਹੜੀ ਉਹਨੂੰ ਲਿਫਟਿੰਗ ਕਰਵਾਉਣੀ ਹੈ। ਸੋ ਇਹਨੂੰ ਕਦੇ ਵੀ ਜੋ ਫਾਲਸ ਮੀਨਸ ਯੂਜ਼ ਕਰਦੇ ਨੇ ਜਾਂ ਸਟੇਰੋਇਡਸ ਵੱਲ ਭੱਜਦੇ ਨੇ, ਉਹ ਫਿਰ ਜਿੰਨੀ ਛੇਤੀ ਉਹ ਤੀਸਰੀ ਪੌੜੀ 'ਤੇ ਸਿੱਧਾ ਪੈਰ ਧਰਨ ਦੀ ਕੋਸ਼ਿਸ਼ ਕਰ ਉਨੀ ਛੇਤੀ ਡਿੱਗਦੇ ਵੀ ਹੈ। ਸੋ ਇਹ ਗਲਤ ਤਰੀਕਾ ਹੈ, ਇਹਨੂੰ ਹਮੇਸ਼ਾ ਪੀਸਫੁਲੀ ਇੰਜੋਏ ਕਰਦੇ ਹੋਏ ਇਸ ਜਰਨੀ ਨੂੰ ਅੱਗੇ ਵਧੋ। ਭਾਵੇਂ ਕਿ ਇਹ ਵੀ ਨਹੀਂ ਕਿ ਚਲੋ ਜੇ ਫਰਜ਼ ਕਰੋ ਕੋਈ ਬੰਦਾ ਸਟੀਰੀਓਇਡਸ ਨਹੀਂ ਲੈ ਰਿਹਾ, ਉਸ ਤੋਂ ਬਿਨਾਂ ਜੇ ਚਾਹੂਗਾ ਕਿ ਮੈਂ ਥੋੜ੍ਹਾ ਜ਼ਿਆਦਾ ਵਰਕਆਊਟ ਕਰ ਲਾਂ, ਤਾਂ ਇਹ ਵੀ ਨਹੀਂ ਕਿ ਵੀ ਤੁਸੀਂ ਉਸ ਪਾਸੇ ਵੀ ਨਹੀਂ ਜਾਣਦੇ ਹੈਗਾ ਕਿ ਉੱਧਰਲੇ ਪਾਸੇ ਵੀ ਨਹੀਂ ਜਾਣਾ ਚਾਹੀਦਾ। ਨੋ, ਐਕਸੈਸ ਵਰਕਆਊਟ ਨਾਲ ਕੁਛ ਨਹੀਂ ਸਰ। ਇਹ ਜੋ ਫਿਟਨੈਸ ਹੈ ਇਹ 3 ਚੀਜ਼ਾਂ 'ਤੇ ਡਿਪੈਂਡ ਹੈ ਮੇਨਲੀ, ਰੈਸਟ, ਐਕਸਰਸਾਈਜ਼ ਔਰ ਤੁਹਾਡਾ ਗੁੱਡ ਕੁਆਲਿਟੀ ਆਫ ਫੂਡ ਜਿਹੜਾ ਆਪਾਂ ਗੱਲ ਕਰਦੇ ਹਾਂ। ਸੋ ਇਹ ਸਾਰੇ ਦਿਨ ਦਾ ਇੱਕ 24 ਘੰਟਿਆਂ ਦੀ ਇਹ ਇੱਕ ਪ੍ਰੈਕਟਿਸ ਹੈ ਤੁਹਾਡੀ। ਇਹਨੂੰ ਤੁਸੀਂ ਇੱਕ ਸਾਈਕਲ 'ਚ ਲਿਆ ਕੇ ਰਿਜ਼ਲਟਸ ਲੈਂਦੇ ਹੋ, ਅਦਰਵਾਈਜ਼ ਇਹਦਾ ਕੋਈ ਜਿਹੜਾ ਬਾਕੀ ਅਦਰ ਜੋ ਵੀ ਹੈ ਉਹ ਫਾਲਸ ਤਰੀਕੇ ਨੇ ਜੇ ਅਗਰ ਆਪਾਂ ਅੱਗੇ ਵਧਦੇ ਹਾਂ। ਜੀ ਜੀ ਜੀ। ਤੇ ਕੁਝ ਚੀਜ਼ਾਂ ਹੋਰ ਵੀ ਸਾਫ਼ ਕਰੋ ਕਮਲ ਜੀ, ਕਿ ਕਈ ਲੋਕ ਆਖਦੇ ਆ ਕਿ ਯਾਰ ਜਿੰਮ ਜਦੋਂ ਲੱਗ ਗਏ ਤਾਂ ਜਿੰਮ ਛੱਡਣਾ ਨਹੀਂ ਚਾਹੀਦਾ, ਇੱਕਦਮ ਨਹੀਂ ਛੱਡਣਾ ਚਾਹੀਦਾ, ਜਾਂ ਇਹਨੂੰ ਘਟਾਉਣਾ ਨਹੀਂ ਚਾਹੀਦਾ। ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਦੀਆਂ, ਜਾਂ ਕਹ ਲਓ ਕਿ ਜੇ ਫਰਜ਼ ਕਰੋ ਬੰਦਾ ਕੋਈ ਸਟਾਰਟਅਪ ਕਰ ਲਿਆ, ਕਿਸੇ ਨੇ ਵੈਸੇ ਸ਼ੌਕੀਆ ਕਰ ਲਿਆ ਕਿ ਮੈਂ ਫਿਟ ਰਹਿਣਾ, ਤਾਂ ਉਹਨੂੰ ਮਤਲਬ ਕਿੰਨਾ ਕੁ ਟਾਈਮ ਆ ਜਿਹੜਾ ਦੇਣਾ ਚਾਹੀਦਾ, ਜਾਂ ਆਲਟਰਨੇਟਿਵ ਦੇ ਸਕਦਾ, ਕਿ ਮਤਲਬ ਕੁਛ ਇਸ ਤਰ੍ਹਾਂ ਦੇ ਵੀ ਕੋਈ ਹੈ ਪੋਸੀਬਿਲਿਟੀ? ਜਿੰਮ ਛੱਡਣਾ ਸਰ ਗਲਤ ਹੈ। ਐਟਲੀਸਟ ਮੈਂ ਜਿੱਦਾਂ ਕਿਹਾ, ਸਟਰੈਂਥ ਇਜ਼ ਅ ਮਦਰ ਆਫ ਆਲ ਕੁਆਲਿਟੀਜ਼। ਤੁਹਾਨੂੰ ਸਟਰੋਂਗ ਰਹਿਣਾ ਇੰਪੋਰਟੈਂਟ ਹੈ, ਇਕੱਲਾ ਜ਼ਿੰਦਾ ਰਹਿਣਾ ਇੰਪੋਰਟੈਂਟ ਨਹੀਂ ਹੈ, ਸਟਰੋਂਗ ਰਹਿਣਾ ਇਜ਼ ਇੰਪੋਰਟੈਂਟ। ਸੋ ਬੰਦ ਕਰਨਾ ਮੈਨੂੰ ਨਹੀਂ ਲੱਗਦਾ ਕੋਈ ਵਜ੍ਹਾ ਹੈ ਇਹਦੀ। ਇਹਨੂੰ ਤੁਸੀਂ ਆਪਾਂ ਕਹਿ ਦਈਏ ਵੀ ਕਦੇ ਕਰ ਲਿਆ ਜਾਂ ਐਗਜ਼ਾਮ ਆ ਗਏ ਛੱਡ ਦਿਆ ਜੋ ਜ਼ਿਆਦਾਤਰ ਮੁੰਡੇ ਕਰਦੇ ਆ, ਤਾਂ ਉਹ ਇੱਦਾਂ ਨਹੀਂ ਕਰਨਾ ਚਾਹੀਦਾ। ਫਿਟਨੈਸ ਜਾਂ ਸਟਰੈਂਥ ਟ੍ਰੇਨਿੰਗ ਜਾਂ ਜਿੰਮ ਇੱਕ ਹੈਬਿਟ ਹੈ ਜਿਹੜੀ ਤੁਹਾਨੂੰ ਪਾਉਣੀ ਚਾਹੀਦੀ ਹੈ, ਆਪਦੇ ਜਿਹੜੇ ਦਿਨ ਦੇ ਟਾਈਮ ਟੇਬਲ 'ਚ ਐਡ ਕਰਨੀ ਚਾਹੀਦੀ ਹੈ। ਸੋ ਹੈਲਥ ਤੋਂ ਉੱਪਰ ਤਾਂ ਸਰ ਕੁਛ ਵੀ ਨਹੀਂ। ਸੋ ਮੈਨੂੰ ਨਹੀਂ ਲੱਗਦਾ ਇਹਨੂੰ ਬ੍ਰੇਕ ਦੇਣਾ ਚਾਹੀਦਾ ਤੁਹਾਨੂੰ। ਐਟਲੀਸਟ ਮਿਨੀਮਮ 2 days ਇਨ ਅ ਵੀਕ, ਘੱਟ ਤੋਂ ਘੱਟ। ਹਾਂਜੀ, ਜੇ ਤੁਹਾਡਾ ਜ਼ਿਆਦਾ ਸ਼ਡਿਊਲ ਟਾਈਟ ਆ ਤਾਂ ਘੱਟੋ ਘੱਟ ਤੁਸੀਂ 2 ਦਿਨ ਜਾਓ ਜੀ, ਉਹ ਆਲਟਰਨੇਟਿਵ ਬਿਲਕੁਲ ਜਾਂ ਮਤਲਬ 2 ਦਿਨ ਕੰਟੀਨਿਊ ਵੀ ਕਰ ਸਕਦੇ ਲਗਾਤਾਰ। 2 ਦਿਨ ਵੀ ਕਰ ਸਕਦੇ ਸਰ। ਐਕਚੁਅਲੀ ਆਪਾਂ ਸਟਰੈਂਥ ਟ੍ਰੇਨਿੰਗ ਕਰਦੇ ਕਿਉਂ ਆ? ਆਪਣਾ ਜੋ ਸਕੈਲਟਨ ਸਿਸਟਮ ਹੈ ਜਾਂ ਆਪਣਾ ਪਿੰਜਰ ਕਹਿ ਦਿੰਦੇ, ਇਹਨੂੰ ਮੂਵ ਕਰਨਾ ਤਾਂ ਉਹ ਮਸਲ ਰਾਹੀਂ ਹੋਣਾ, ਜੋ ਸਟਰੈਂਥ ਜਿਹੜੀ ਸ਼ਿਫਟ ਹੋਣੀ ਹੈ। ਜਿੰਨਾ ਤੁਸੀਂ ਸਟਰੋਂਗ ਹੋਵੋਗੇ ਉਨਾ ਓਬਵੀਅਸ ਹੈ ਤੁਹਾਡਾ ਪੋਸਚਰ ਪਰਫੈਕਟ ਹੋਊਗਾ, ਓਵਰਆਲ ਹੈਲਥ ਤੁਹਾਡੀ ਜਿਹੜੀ ਹੈ ਬੈਟਰ ਰਹੂਗੀ। ਸਟਰੈਂਥ ਇਜ਼ ਅ ਮਦਰ ਆਫ ਆਲ ਕੁਆਲਿਟੀਜ਼। ਜੀ 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 ਜੀ। ਫਿਰ ਮੈਂ ਇੱਕ ਹੋਰ ਟੌਪਿਕ ਵੱਲ ਆ ਜਾਈਏ, ਥੋੜ੍ਹਾ ਜਿਹਾ ਇਸੇ ਨਾਲ ਹੀ ਰੈਲੇਵੈਂਟ ਆ, ਕਿ ਵੇਟ ਲੂਜ਼ ਜਾਂ ਫੈਟ ਲੋਸ। ਤਾਂ ਇਹਨੂੰ ਲੈ ਕੇ ਬੜਾ ਵੱਡਾ ਕਨਫਿਊਜ਼ਨ ਹੁੰਦਾ। ਕਈ ਲੋਕ ਆਖਦੇ ਆ ਕਿ ਯਾਰ ਮੈਂ ਭਾਰ ਘਟਾਉਣ ਲਈ ਜਿੰਮ ਲੱਗ ਰਿਹਾ ਹੈ ਨਾ, ਜਾਂ ਕਈ ਆਖਦੇ ਆ ਕਿ ਯਾਰ ਮੈਂ ਫੈਟ ਆ ਜਿਹੜੀ ਆਪਣੀ ਬਰਨ ਕਰਨੀ ਹੈ। ਬਟ ਕਈ ਵਾਰੀ ਸਾਨੂੰ ਮਤਲਬ ਹੀ ਨਹੀਂ ਪਤਾ ਹੁੰਦਾ, ਜਾਂ ਕਹ ਲਓ ਕਿ ਸਾਨੂੰ ਕਈ ਵਾਰੀ ਕੋਈ ਕਾਉਂਸਲਰ ਆ ਉਹ ਕਾਉਂਸਲਿੰਗ ਕਰਦੇ ਕਨਫਿਊਜ਼ ਕਰ ਦਿੰਦੇ ਆ। ਤਾਂ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਕਿ ਐਲੈਬੋਰੇਟ ਕਰੋ, ਥੋੜ੍ਹਾ ਪਤਾ ਲੱਗ ਸਕੇ ਕਿ ਹੈ ਕੀ। ਸਰ ਇਹ ਬਹੁਤ ਵਧੀਆ ਕੁਐਸਚਨ ਆ, ਔਰ ਇਹ ਹਮੇਸ਼ਾ ਸਾਡੇ ਜਿਹੜਾ ਡੇਲੀ ਸਾਹਮਣੇ ਆਉਂਦੀਆਂ ਇਹ ਗੱਲਾਂ। ਫੈਟ ਲਾਸ ਔਰ ਵੇਟ ਲਾਸ ਆਪਾਂ ਇਹਨੂੰ ਅਲੱਗ ਸਮਝਣਾ ਹਮੇਸ਼ਾ। ਸਪੋਜ਼ ਕਰੋ ਤੁਹਾਡਾ ਵੇਟ 70 kgs ਹੈ, 70 ਦਾ 70 ਫੈਟ ਨਹੀਂ ਹੈ। ਆਪਾਂ ਇਹਨੂੰ ਸਿੰਪਲ 2 ਚੀਜ਼ਾਂ 'ਚ ਵੰਡੀਏ। ਇੱਕ ਤਾਂ ਹੈ ਫੈਟ ਫਰੀ ਮਾਸ, ਜਿਹਦੇ 'ਚ ਫੈਟ ਨਹੀਂ ਹੈ, ਫੈਟ ਤੋਂ ਇਲਾਵਾ ਦਾ ਮਾਸ ਜੇ ਆਪਾਂ ਕਹਿ ਦਈਏ। ਇੱਕ ਫੈਟ ਮਾਸ ਜਿਹੜਾ ਫੈਟ ਹੈ ਓਬਵੀਅਸ ਹੈ। ਫੈਟ ਫਰੀ ਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਤੁਹਾਡਾ ਬੋਨ, ਵਾਟਰ ਵੇਟ ਜੀ, ਜਾਂ ਆਰਗਨ ਵੇਟ ਆਪਾਂ ਕਹਿ ਦਿੰਦੇ ਹਾਂ, ਇਹ ਸਾਰੇ ਇੰਕਲੂਡ ਨੇ, ਜਾਂ ਮਸਲਸ ਜਿਹੜੀ ਆਪਾਂ ਗੱਲ ਕਰਦੇ ਹਾਂ। ਹੁਣ ਕੋਈ ਕਹਿ ਦਿੰਦਾ ਕਿ ਮੈਂ ਇੰਨੇ kg ਲੂਜ਼ ਕਰ ਲਿਆ ਜੀ, ਉਹ ਸ਼ੋਰ ਨਹੀਂ ਹੈ ਇਸ ਚੀਜ਼ ਨੂੰ ਕਿ ਕਿਸ ਚੀਜ਼ ਦਾ ਘਟਿਆ। ਮੇ ਬੀ ਉਹ ਫੈਟ ਫਰੀ ਮਾਸ ਜਿਹੜਾ ਕਿ ਹੈਲਦੀ ਵੇਟ ਹੈ ਉਹ ਘਟਾ ਰਿਹਾ ਹੋਵੇ, ਮੇ ਬੀ ਮਸਲਸ ਜਾਂ ਉਹਦੀ ਕਹਿ ਲਓ ਹੱਡੀ ਪਤਲੀ ਹੋ ਰਹੀ ਹੋਵੇ ਜੀ। ਸੋ ਇਟ ਇਜ਼ ਪੋਸੀਬਲ। ਸੋ ਫੈਟ ਲਾਸ ਕਰਨਾ ਹੀ ਸਹੀ ਤਰੀਕਾ ਹੈ। ਤੁਹਾਨੂੰ ਵੇਟ ਲਾਸ ਜਿਹੜਾ ਵਰਡ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਹਿਣਾ ਚਾਹੀਦਾ ਹੈ। ਫੈਟ ਲਾਸ ਇਜ਼ ਰਾਈਟ ਵਰਡ ਫਿਟਨੈਸ ਲਈ ਜੇ ਆਪਾਂ ਗੱਲ ਕਰੀਏ। ਇਨ ਅਦਰ ਵਰਡਸ ਇੱਕ ਹੋਰ ਤਰੀਕੇ ਨਾਲ ਆਪਾਂ ਸਮਝਣਾ ਹੋਵੇ, ਮੰਨ ਲਓ ਇੱਥੇ ਮੈਂ 1 ਕਿਲੋ ਰੂੰ ਰੱਖਣੀ ਹੋਵੇ ਕਾਟਨ, ਤਾਂ ਉਹ ਕਿੰਨਾ ਏਰੀਆ ਲੈ ਜਾਏਗੀ? ਕਾਫੀ ਸਾਰਾ, ਬਿਲਕੁਲ ਜ਼ਿਆਦਾ ਸਪੇਸ ਲਏਗੀ। ਜੇ ਮੈਂ 1 ਕਿਲੋ ਲੋਹਾ ਰੱਖਣਾ ਹੋਵੇ ਤਾਂ ਉਹ 1 ਕਿਲੋ ਦਾ ਮੈਂ ਵੱਟਾ ਇੱਥੇ ਪਲੇਸ ਕਰ ਸਕਦਾ ਜੀ। ਸੋ ਫੈਟ ਇੱਕ ਕਾਟਨ ਦੀ ਤਰ੍ਹਾਂ, ਇਹਦਾ ਐਕਚੁਅਲ ਵਜ਼ਨ ਨਹੀਂ ਹੁੰਦਾ ਬਟ ਏਰੀਆ ਜ਼ਿਆਦਾ ਘੇਰਦੀ ਹੈ ਬੋਡੀ ਦੇ ਉੱਤੇ। ਸੋ ਮਸਲਸ ਮੰਨ ਕੇ ਚੱਲੋ ਤੁਸੀਂ, ਥੋੜ੍ਹਾ ਜਿਹਾ ਵੀ ਗੇਨ ਹੁੰਦਾ ਤਾਂ ਤੁਹਾਡਾ ਵੇਟ ਐਡ ਆਨ ਹੋ ਜਾਂਦਾ, ਜਿਹਨੂੰ ਮੈਂ ਫੈਟ ਫਰੀ ਮਾਸ ਕਹਿ ਰਿਹਾ। ਜਿਮ ਲਾਉਣ ਨਾਲ ਤੁਹਾਡਾ ਮਸਲਸ ਵੀ ਡਿਵੈਲਪ ਹੁੰਦੇ ਆ, ਬੋਨ ਵੀ ਸਟਰੋਂਗ ਹੁੰਦੀ ਆ, ਸੋ ਉਹ ਵੇਟ ਵੀ ਐਡ ਹੁੰਦਾ।
ਜੇ ਚਰਬੀ ਦਾ ਘਟ ਰਿਹਾ ਤਾਂ ਉਹ ਐਡ ਹੋ ਰਿਹਾ ਹੈਗਾ। 2 ਕਿਲੋ ਚਰਬੀ ਘਟੀ ਹੈ ਮੰਨ ਲਓ ਤਾਂ 2 ਕਿਲੋ ਮਸਲ ਐਡ ਹੋ ਗਿਆ, weight ਤਾਂ ਉੱਥੇ ਹੀ ਰਹੇਗਾ, ਪਰ ਡਿਫਰੈਂਸ ਸਮਝਣਾ ਤੁਸੀਂ ਫੈਟ ਫ੍ਰੀ ਮਾਸ ਦੇ ਵਿੱਚ ਔਰ ਫੈਟ ਮਾਸ ਦੇ ਵਿੱਚ। ਸੋ ਫੈਟ ਲਾਸ ਸਹੀ ਟਰਮ ਹੈ ਇਹਦੇ ਲਈ ਜੀ। ਤੇ ਫੈਟ ਲਾਸ ਦੇ ਆਊਟਪੁੱਟ ਆਪਾਂ ਨੂੰ ਕਿੰਨੇ ਕੁ ਚਿਰਾਂ 'ਚ ਜਿਹੜਾ ਦੇਖਣ ਨੂੰ ਮਿਲਦੀ ਹੈ? ਜੇ ਕੋਈ ਬੰਦਾ ਵੈਸੇ ਪੁੱਛ ਲਈ ਕਿ ਸ਼ਾਰਟਕਟ ਛੱਡ ਕੇ ਜੇ ਆਪਾਂ ਕਹਿ ਲਓ ਕਿ ਪ੍ਰੋਪਰ ਐਕਸਰਸਾਈਜ਼ ਬੰਦਾ ਕਰ ਰਿਹਾ ਔਰ ਨਾਲ ਚਲੋ ਬੰਦਾ ਨਹੀਂ, ਮੇਲ ਆ ਕੋਈ ਫੀਮੇਲ ਕੋਈ ਵੀ ਆ, ਉਹ ਕਰ ਰਿਹਾ ਨਾਲ ਦੀ ਨਾਲ ਡਾਈਟ ਆਪਣਾ ਪ੍ਰੋਪਰਲੀ ਉਹ ਮੇਨਟੇਨ ਕਰ ਰਿਹਾ, ਤੇ ਕਿੰਨੀ ਕੁ ਦੇਰ 'ਚ ਉਹਨੂੰ ਆਊਟਪੁੱਟ ਮਿਲਣੀ ਸ਼ੁਰੂ ਹੋਣੀ ਚਾਹੀਦੀ? ਅਗਰ ਤੁਸੀਂ ਐਜੂਕੇਟਿਡ ਟ੍ਰੇਨਰ ਦੇ ਅੰਡਰ ਹੋ ਸਰ ਤਾਂ ਤੁਹਾਡੇ ਲਈ 30 ਡੇਜ਼ 'ਚ ਕਾਫੀ ਸੋਹਣਾ ਚੇਂਜ ਤੁਹਾਨੂੰ ਦਿਖਦਾ ਹੈਗਾ। ਬਟ ਜੋ ਲੇਟੈਸਟ ਰਿਸਰਚ ਕਹਿੰਦੀ ਹੈ ਉਹ ਇਹ ਕਹਿੰਦੀ ਹੈ ਕਿ 5 ਤੋਂ 10% ਆਫ weight ਇਨ ਅ ਈਅਰ ਘਟਣਾ ਚਾਹੀਦਾ ਹੈ। ਜੇ ਉਹ ਹੈਲਦੀ weight ਜਿਹੜਾ ਮੈਂ ਫੈਟ ਵਾਲਾ ਅਨਹੈਲਦੀ weight ਜਿਹੜਾ ਘਟਦਾ ਉਹ 5 ਤੋਂ 10% ਸਾਲ ਦਾ, ਜਾਂ ਕਹਿ ਲਈਏ ਫੈਟ ਵਾਲਾ weight ਜਿਹੜਾ 1 ਸਾਲ ਦੇ ਵਿੱਚ 5 ਤੋਂ 10%, ਇਸ ਤੋਂ ਜ਼ਿਆਦਾ ਨਹੀਂ। ਅੱਛਾ, ਇੰਨਾ ਕੁ ਘਟਣਾ, ਇੰਨਾ ਸਲੋ ਤੇ ਕਾਂਸਟੈਂਟ ਪੇਸ ਤੇ ਤੁਹਾਨੂੰ ਚੱਲਣਾ ਚਾਹੀਦਾ, ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਕਦੇ। ਮਤਲਬ ਕਈ ਵਾਰੀ ਅਸੀਂ ਇਸ ਚੱਕਰ 'ਚ ਪੈ ਜਾਂਦੇ ਹਾਂ ਕਿ ਯਾਰ ਮੈਨੂੰ 20 ਦਿਨਾਂ 'ਚ ਫਰਕ ਪੈ ਗਿਆ, ਮੈਂ ਕਿਤੇ ਕੋਈ ਐਡ ਦੇਖ ਲਈ ਹੈ, ਤਾਂ ਉਹ ਸਾਰੇ ਸਾਈਡ ਵਾਲੇ ਪਾਸੇ ਨਹੀਂ ਚੱਲਣਾ ਚਾਹੀਦਾ, ਕਦੇ ਵੀ ਨਹੀਂ ਚੱਲਣਾ ਚਾਹੀਦਾ ਸਰ। ਹਰ ਇੱਕ ਦਾ ਜਿਹੜਾ ਬਾਡੀ ਦਾ ਸਿਸਟਮ ਹੈ ਅਲੱਗ-ਅਲੱਗ ਹੈ, ਹਰ ਇੱਕ ਤੇ ਇੱਕੋ ਚੀਜ਼ ਹਰ ਇੱਕ ਤੇ ਕੰਮ ਨਹੀਂ ਕਰਦੀਗੀ। ਸੋ ਤੁਹਾਨੂੰ ਆਪਦੀ ਅਪਰੋਚ ਸਮਝਣੀ ਚਾਹੀਦੀ ਹੈ, ਮੈਂ ਕਿੱਧਰ ਨੂੰ ਜਾ ਰਹੇ ਹਾਂ, ਕੀ ਚੀਜ਼ ਮਤਲਬ ਬਰਨਿੰਗ ਲਈ ਮੈਂ ਜਾ ਰਿਹਾ। ਜੀ। ਕਮਲ ਜੀ, ਇੱਕ ਚੀਜ਼ ਹੋਰ ਜ਼ਰਾ ਸਾਫ਼ ਕਰੋ ਕਿ ਹੁੰਦਾ ਕੀ ਹੈ ਕਿ ਸਟਾਰਟਅਪ ਦੇ ਵਿੱਚ ਕਈ ਵਾਰੀ ਬੇਸ਼ੱਕ ਠੀਕ ਹੈ ਕਿ ਕਿਸੇ ਨੇ ਕੋਈ weight lose ਕਰਨਾ ਜਾਂ ਕਹ ਲਓ ਕਿ ਫੈਟ ਲਾਸ ਕਰਨਾ, ਉਹਦੇ ਲਈ ਜਿਮ ਲੱਗਣਾ ਜਾਂ ਫਿਟ ਹੋਣ ਲਈ, ਤਾਂ ਹੁੰਦਾ ਕੀ ਹੈ ਕਿ ਸਟਾਰਟਿੰਗ ਦੇ ਵਿੱਚ ਕਈ ਵਾਰੀ ਉਹ ਕਨਫਿਊਜ਼ ਹੋ ਜਾਂਦਾ ਕਿ ਯਾਰ ਮੈਂ ਪਹਿਲਾਂ ਕਾਰਡੀਓ ਕਰਾਂ, ਜਿਮ ਕਾਰਡੀਓ ਇਕੱਠੇ ਕਰ ਲਾਂ, ਤਾਂ ਇਹਨਾਂ ਦਾ ਵੀ ਥੋੜ੍ਹਾ ਫਰਕ ਮੈਂ ਕਹਿੰਦਾ ਸੀ ਕਿ ਉਹ ਵੀ ਐਕਸਪਲੇਨ ਕਰ ਦਿਓ ਜਾਂ ਦੱਸੋ ਕਿ ਕਿੱਦਾਂ ਸਟਾਰਟਅਪ ਕਰਨਾ ਚਾਹੀਦਾ? ਸਰ ਸਭ ਤੋਂ ਪਹਿਲਾਂ ਤਾਂ ਜਿਮ ਸਿਲੈਕਸ਼ਨ ਬਹੁਤ ਵੱਡੀ ਚੀਜ਼ ਹੈ, ਤੁਸੀਂ ਕਿਸ ਜਿਮ ਜਾ ਰਹੇ ਹੋ। ਅੱਜ ਕੱਲ੍ਹ ਇਹ ਪੈਸ਼ਨ ਦੀ ਬਜਾਏ ਫੈਸ਼ਨ ਬਣਦਾ ਜਾ ਰਿਹਾ ਜੋ ਇਹ ਬਿਜ਼ਨਸ ਹੈ। ਮੋਸਟਲੀ ਜੋ ਕਲਾਇੰਟਸ ਨੇ ਮੂਵ ਹੁੰਦੇ ਨੇ ਜ਼ਿਆਦਾਤਰ ਜਿੱਥੇ ਜ਼ਿਆਦਾ ਇਕਵਿਪਮੈਂਟ ਦਿਖਦਾ ਉਹਨਾਂ ਨੂੰ, ਜਾਂ ਜ਼ਿਆਦਾ ਵੈਲ ਡੈਕੋਰੇਟਿਡ ਜਿਹੜਾ ਜਿਮ ਹੈ ਆਪਾਂ ਕਹਿ ਲਈਏ ਉੱਧਰ ਨੂੰ ਭੱਜਦੇ, ਪਰ ਨਹੀਂ, ਆਪਾਂ ਨੂੰ ਜੋ ਹੈ ਐਕਚੁਅਲ ਉੱਥੇ ਜੋ ਟ੍ਰੇਨਿੰਗ ਸਕਿੱਲਸ ਹੈ, ਕਲੀਨਿੰਗਨੈਸ ਹੈ, ਇਹ ਇੱਦਾਂ ਦੀਆਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ, ਜਾਂ ਟ੍ਰੇਨਰ ਕੌਣ ਹੈ, ਕੀ ਕਰ ਰਿਹਾ, ਇਹ ਚੀਜ਼ਾਂ 'ਤੇ ਮੂਵ ਹੋਣਾ ਚਾਹੀਦਾ। ਸੈਕੰਡਲੀ, ਇਫ ਯੂ ਆਰ ਫੇਲ ਟੂ ਪਲਾਨ, ਯੂ ਆਰ ਪਲੈਨਿੰਗ ਟੂ ਫੇਲ। ਤੁਹਾਡੇ ਕੋਲ ਇੱਕ ਪਲਾਨ ਹੋਣਾ ਚਾਹੀਦਾ ਕਿ ਮੈਂ ਕੀ ਕਰਨ ਜਾ ਰਿਹਾ ਹੈਗਾ। ਸੋ ਜੇ ਤੁਸੀਂ ਇੱਕ ਵੈਲ ਐਜੂਕੇਟਿਡ ਟ੍ਰੇਨਰ ਹਮੇਸ਼ਾ ਚੂਜ਼ ਕਰੋ, ਮੈਂ ਤਾਂ ਇਹੀ ਕਹੂੰਗਾ, ਜਿਹਨੂੰ ਐਕਚੁਅਲ ਡਿਫਰੈਂਸ ਪਤਾ ਹੈ ਕਿ ਫੈਟ ਲਾਸ ਦਾ ਪ੍ਰੋਗਰਾਮ ਕੀ ਹੋਏਗਾ ਔਰ ਸਟਰੈਂਥ ਬਿਲਡਿੰਗ ਦਾ ਪ੍ਰੋਗਰਾਮ ਕੀ ਹੋਏਗਾ ਜਾਂ ਕੀ ਕਰਨਾ ਚਾਹ ਰਿਹਾ। ਸੋ ਅਦਰਵਾਈਜ਼ ਤਾਂ ਹਰ ਸਾਲ ਉਹੀ ਦਿਖਣਾ, ਫਿਰ ਜੋ ਤੁਹਾਡੀ ਬਾਡੀ ਕੰਪੋਜੀਸ਼ਨ ਹੈ ਹਰ ਸਾਲ ਫਿਰ ਉਵੇਂ ਹੀ ਦਿਖੋਗੇ ਨਿਰਾਸ਼ ਹੋ ਕੇ। ਜੀ। ਤੇ ਮੈਂ ਚਾਹੂੰਗਾ ਕਿ ਤੁਹਾਡਾ ਇੰਨਾ ਲੰਬਾ ਤਜਰਬਾ, ਤਾਂ ਥੋੜ੍ਹਾ ਜਿਹਾ ਕੁਛ ਇਸ ਤਰ੍ਹਾਂ ਦੀ ਕੁਛ ਫੋਰ ਐਗਜ਼ਾਮਪਲ ਦੇ ਕੇ ਜਾਂ ਕੁਛ ਤਰੀਕੇ ਨਾਲ ਸਮਝਾਓ ਕਿ ਬਈ ਵੱਡੀਆਂ ਅਸੀਂ ਗਲਤੀਆਂ ਕੀ ਕਰ ਜਾਂਦੇ। ਕਈ ਵਾਰੀ ਹੁੰਦਾ ਕਿ ਬਈ ਕਈ ਵਾਰੀ ਅਸੀਂ ਜਿਮ ਲੱਗ ਜਾਂਦੇ ਹੈਗੇ, ਜਾਂ ਤਾਂ ਉੱਥੇ ਕੋਚ ਨਹੀਂ ਪ੍ਰੋਪਰਲੀ ਦੱਸ ਪਾਉਂਦਾ, ਜਾਂ ਆਪ ਹੀ ਨਹੀਂ ਅਸੀਂ ਸਮਝ ਪਾਉਂਦੇ ਆ। ਕਾਫੀ ਸਾਰੇ ਗੱਲਾਂ ਨੇ ਸਰ। ਮੇਨਲੀ ਜੋ ਦੇਖੋਗੇ ਤੁਸੀਂ ਕਿ 2 ਪਹਿਲੂ ਹੈ ਫਿਟਨੈਸ ਦੇ, ਪਰਫਾਰਮੈਂਸ ਐਂਡ ਰਿਕਵਰੀ। ਰਿਕਵਰੀ 'ਚ ਆ ਜਾਂਦਾ ਤੁਹਾਡੀ ਨੀਂਦ ਐਂਡ ਫੂਡ। ਪਰਫਾਰਮੈਂਸ ਜੋ ਤੁਸੀਂ ਜਿਮ 'ਚ ਪਰਫਾਰਮ ਕਰਦੇ ਹੋ, ਲਿਫਟਿੰਗ। ਸੋ ਜ਼ਿਆਦਾਤਰ ਫੋਕਸ ਰਹਿੰਦਾ ਪਰਫਾਰਮੈਂਸ ਵੱਲ, ਕਿ ਮੈਂ ਜਿਵੇਂ ਤੁਸੀਂ ਪਹਿਲਾਂ ਪੁੱਛਿਆ ਕਿ ਜ਼ਿਆਦਾ ਵਰਕਆਊਟ ਕਰਨ ਤਾਂ ਛੇਤੀ ਫਰਕ ਪੈ ਜਾਊਗਾ। ਪਰਫਾਰਮੈਂਸ ਵੱਲ, ਪਰਫਾਰਮੈਂਸ ਤਾਂ ਹੀ ਨਿਕਲੇਗੀ ਜੇ ਰਿਕਵਰ ਪ੍ਰੋਪਰ ਹੋ ਤੁਸੀਂ। ਸੋ ਰਿਕਵਰੀ ਵੱਲ ਕੋਈ ਧਿਆਨ ਨਹੀਂ ਦਿੰਦਾ, ਰੈਸਟ ਵੱਲ ਕੋਈ ਧਿਆਨ ਨਹੀਂ ਦਿੰਦਾ, ਪ੍ਰੋਪਰ ਫੂਡ ਵੱਲ ਕੋਈ ਧਿਆਨ ਨਹੀਂ ਦਿੰਦਾ, ਫਿਰ ਉੱਥੋਂ ਮਾਰ ਖਾ ਜਾਂਦੇ ਆ ਅਤੇ ਨਿਰਾਸ਼ ਹੁੰਦੇ ਆ ਇਹਨਾਂ ਚੀਜ਼ਾਂ ਤੋਂ। ਇਹਨੂੰ ਸਿੰਪਲੀ ਕਹਿੰਦੇ ਹੁੰਦੇ ਆ, ਜੇ ਜਿਮ ਨੂੰ ਇੰਜੋਏ ਨਹੀਂ ਕਰ ਰਹੇ ਤਾਂ ਤੁਸੀਂ ਰਿਜ਼ਲਟ ਨਹੀਂ ਲੈ ਪਾਓਗੇ। ਜੀ। ਸੋ ਇਹ ਸਾਰੀਆਂ ਚੀਜ਼ਾਂ ਦੇ ਫੈਕਟਰਸ ਨੇ ਫਿਟਨੈਸ ਦੇ। ਇੰਜੋਏ ਬੰਦਾ ਮਤਲਬ ਕਿੱਦਾਂ ਕਰ ਸਕਦਾ, ਮਤਲਬ ਤੁਹਾਡੇ ਅਕੋਰਡਿੰਗ, ਕਿ ਬਈ ਥੋੜ੍ਹਾ ਇਨੀਸ਼ੀਅਲੀ ਥੋੜ੍ਹਾ ਕਰਕੇ, ਜਾਂ ਯੈਸ ਪ੍ਰੋਗਰੈਸ ਸਰ, ਕੰਟੀਨਿਊਸਲੀ, ਸਟੈਪ ਬਾਏ ਸਟੈਪ। ਇਹ ਟ੍ਰੇਨਰ ਦਾ ਫਰਜ਼ ਹੈ ਇੱਕ ਕਲਾਇੰਟ ਨੂੰ ਕਿੱਦਾਂ ਉਹਦੀ ਅੱਜ ਦੀ ਸਟੈਮਿਨਾ ਦੇ ਹਿਸਾਬ ਨਾਲ ਉਹਨੂੰ ਥੋੜ੍ਹਾ ਕਰਕੇ ਪਲੱਸ ਕਰਨਾ ਔਰ ਉਹਨੂੰ ਇੱਕ ਲੈਵਲ 'ਤੇ ਲੈ ਜਾਣਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੱਕ ਸਟਰੋਂਗ ਲੈਵਲ ਜਿਹੜਾ ਹੈਗਾ, ਇੱਕ ਐਡਵਾਂਸ ਲੈਵਲ 'ਤੇ ਉਹਨੂੰ ਲੈ ਜਾਣਾ। ਅਗਰ ਉਹਨੂੰ ਅੱਜ ਹੀ ਬਿਗਨਰ ਨੂੰ ਐਡਵਾਂਸ ਲੈਵਲ ਵਾਲਾ ਜਿਹੜਾ ਪ੍ਰੋਗਰਾਮ ਦਿਓਗੇ ਤਾਂ ਉਹ ਥੋੜ੍ਹਾ ਚਿਰ ਕਰੇਗਾ ਅਤੇ ਬੋਰਡਮ ਆ ਜਾਏਗਾ, ਬੋਰ ਹੋ ਜਾਏਗਾ ਅਤੇ ਛੱਡ ਦੇਗਾ, ਜਾਂ ਉਹ ਇੰਜਰੀ ਹੋ ਜਾਏਗੀ। ਸੋ ਇਹ ਟ੍ਰੇਨਰਸ ਨੂੰ ਡਿਫਰੈਂਸ ਨਹੀਂ ਪਤਾ ਕਿ ਸਟਾਰਟਰ ਨੂੰ ਕੀ ਪ੍ਰੋਗਰਾਮ ਹੋਣਾ ਚਾਹੀਦਾ ਔਰ ਐਡਵਾਂਸ ਟ੍ਰੇਨਿੰਗ ਨੂੰ ਕੀ ਕਰਨਾ ਚਾਹੀਦਾ। ਜੀ। ਜਿੱਦਾਂ ਇੱਕ ਛੋਟੀ ਜਿਹੀ ਐਗਜ਼ਾਮਪਲ, ਮੰਨ ਲਓ ਸਕੁਐਟਸ ਹੈ, ਕਿਸੇ ਨੂੰ ਅਸੀਂ ਸਟਾਰਟਿੰਗ ਦੇ ਵਿੱਚ ਕਰਵਾਉਣੇ ਆ, ਪਹਿਲਾਂ ਉਹਨੂੰ ਬੈਂਚ ਤੋਂ ਹਾਫ ਬਿਠਾ ਕੇ ਉਹਨੂੰ ਉਠਾਉਣੇ ਆ, ਫਿਰ ਹੌਲੀ ਉਹਨੂੰ ਨੀਚੇ ਬੈਂਚ ਨੂੰ ਡਾਊਨ ਕਰਦੇ ਜਾਂਦੇ ਆ, ਫਿਰ ਬੈਂਚ ਹਟਾ ਦਿੰਦੇ ਆ, ਦੈਨ ਉਹਦੇ ਉੱਪਰ ਲੋਡ ਦਿੰਦੇ ਆ, ਬਾਰਬਲ ਜਾਂ ਵੇਟ ਕੋਈ ਜਾਂ ਡੰਬਲ ਫੜਾ ਕੇ। ਇੱਦਾਂ ਫਿਰ ਉਹ ਰੋਡ ਦੇ ਵਿੱਚ ਜਾਂ ਬਾਰਬਲ ਦੇ ਵਿੱਚ ਪਲੇਟਸ ਹੌਲੀ ਐਡ ਔਨ ਕਰਦੇ ਜਾਂਦੇ। ਇੱਕ ਪ੍ਰੋਗਰੈਸ਼ਨ ਇਹਨੂੰ ਕਹਿੰਦੇ ਆ। ਸੋ ਕਿੱਦਾਂ ਇੱਕ 0 ਲੈਵਲ ਤੋਂ ਆਪਾਂ ਕਹਿ ਦਈਏ 10 ਲੈਵਲ ਤੱਕ ਲੈ ਕੇ ਜਾਣਾ, ਇੱਕ ਐਜੂਕੇਟਿਡ ਟ੍ਰੇਨਰ ਦਾ ਜਿਹੜਾ ਹੈਗਾ ਜੀ ਰੋਲ ਹੈ। ਜੀ।
ਇੱਕ ਫਿਰ ਮੈਨੂੰ ਤੁਸੀਂ ਬਾਰ-ਬਾਰ ਇਹ ਚੀਜ਼ ਆਪਣੇ ਆ ਰਹੀ ਹੈ ਕਿ ਚਲੋ ਠੀਕ ਹੈ, ਬਹੁਤ ਸਾਰੇ ਕੋਚ ਅੱਛੇ ਵੀ ਬੈਠੇ ਹੋਏ ਆ, ਬਹੁਤ ਸਾਰੇ ਹੋ ਸਕਦਾ ਕਿ ਅਨਸਰਟੀਫਾਈਡ ਜਾਂ ਕਹ ਲਓ ਕਿ ਜਿਨ੍ਹਾਂ ਕੋਲ ਤਜਰਬਾ ਘੱਟ ਆ ਜਾਂ ਨੌਲੇਜ ਘੱਟ ਹੋਏਗੀ, ਇਸ ਤਰ੍ਹਾਂ ਦੇ ਬੰਦੇ ਬੈਠੇ ਹੋਣਗੇ। ਤਾਂ ਇਹ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਹ ਲਓ ਕਿ ਅਸੀਂ ਡਿਫਰੈਂਸ਼ੀਏਟ ਕਰੀਏ ਕਿ ਬਈ ਆਹ ਫਲਾਣਾ ਕੋਚ ਵਧੀਆ, ਜਾਂ ਮਤਲਬ ਕੁਛ ਨਾ ਕੁਛ ਇਸ ਤਰ੍ਹਾਂ ਦਾ ਕੋਈ ਫਾਰਮੂਲਾ ਕਿ ਬਈ ਹਾਂ ਇਹ ਕੋਚ ਠੀਕ ਹੈ ਐਟਲੀਸਟ ਕਿ ਮੈਨੂੰ ਇੱਥੇ ਜੁਆਇਨ ਕਰ ਲੈਣਾ ਚਾਹੀਦਾ? ਸਰ ਮੇਨ ਤਾਂ ਹੈ ਕਿ ਇੱਕ ਕਾਉਂਸਲਿੰਗ ਕਹਿ ਲਓ ਜਾਂ ਆਪਾਂ ਕਹਿ ਦਈਏ ਕਿ ਬੈਠ ਕੇ ਡਿਸਕਸ਼ਨ ਕਰਨੀ, ਤੁਹਾਨੂੰ ਗੱਲਾਂ ਤੋਂ ਸਿੱਧਾ ਹੀ ਜੱਜ ਹੋ ਜਾਂਦਾ। ਤੁਹਾਡੇ ਜੋ ਬੈਸਟ ਟ੍ਰੇਨਰ ਹੈ ਉਹ ਤੁਹਾਡੀਆਂ ਕਾफ़ੀ ਚੀਜ਼ਾਂ ਜਿਹੜੀਆਂ ਤੁਹਾਡੇ ਤੋਂ ਪੁੱਛੇਗਾ ਸਿੰਪਲੀ, ਜਾਂ ਤੁਹਾਡੀ ਨੋਟ ਡਾਊਨ ਕਰੇਗਾ ਕੀ ਚੀਜ਼ਾਂ ਹੈ ਉਸ, ਕਿਉਂਕਿ ਉਹਨੇ ਉਸ ਤਰੀਕੇ ਨਾਲ ਉਹਨੂੰ ਵਰਕਆਊਟ ਪਲਾਨ ਜਿਹੜਾ ਦੇਣਾ ਹੈ ਕਲਾਇੰਟ ਭਾਵ ਤੁਹਾਡੀ ਬਾਡੀ ਨੂੰ ਉਹ ਜਾਣਨ ਦਾ ਯਤਨ ਕਰੇਗਾ, ਸਮਝਣ ਦਾ। ਹਾਂਜੀ ਬਿਲਕੁਲ। ਫਿਰ ਉਹਦਾ ਲਾਈਫ ਸਟਾਈਲ ਕੀ ਹੈ ਤੁਹਾਡਾ, ਇਹ ਵੀ ਜ਼ਰੂਰ ਉਹ ਪੁੱਛੇਗਾ ਕਿ ਕਿੰਨੇ ਦਿਨ ਜਾਂ ਤੁਸੀਂ ਜੌਬ ਕੀ ਕਰਦੇ ਹੋ, ਕਿੱਦਾਂ ਦੀ ਜੌਬ ਹੈ। ਹੁਣ ਮੰਨ ਲਓ ਖੇਤ ਦੇ ਵਿੱਚ ਕੋਈ ਕੰਮ ਕਰਨ ਵਾਲਾ ਆਏਗਾ ਤਾਂ ਉਹਦਾ ਉਹ ਅਲੱਗ ਤਰੀਕੇ ਨਾਲ ਪਲਾਨ ਕਰੇਗਾ। ਇੱਕ ਸਿਟਿੰਗ ਜੌਬ ਹੈ ਜਿਹਦੀ, ਤਾਂ ਉਹ ਉਸ ਤਰੀਕੇ ਨਾਲ ਦੇਖੇਗਾ। ਇੱਦਾਂ ਦੀਆਂ ਤੁਸੀਂ ਗੱਲਾਂ ਉਹਦੇ ਨਾਲ ਡਿਸਕਸ ਕਰ ਸਕਦੇ ਹੋ। ਅਦਰਵਾਈਜ਼ ਦਾ ਮੋਸਟਲੀ ਜੋ ਆਉਂਦੇ ਆ ਤਾਂ ਜਸਟ ਇੱਕ ਮੈਂਬਰਸ਼ਿਪ ਵੇਚਣ ਤੱਕ ਹੀ ਹੁੰਦਾ ਹੈਗਾ, ਦੇਖਿਆ ਜਾਂਦਾ। ਇਹ ਵੀ ਇੱਕ ਬੜਾ ਵੱਡਾ ਕੰਮ ਚੱਲਦਾ ਕਿ ਬਈ ਮੈਂ ਐਨੂਅਲ ਪੈਕੇਜ ਲੈ ਲਿਆ ਤੇ ਮੈਂ ਯਾਰ ਮੈਂ 6 ਮਹੀਨਿਆਂ ਦਾ ਪੈਕੇਜ ਲੈ ਲਿਆ, ਜਾਂ ਉਹ ਵੀ ਉਸੇ ਪਾਸੇ ਨੂੰ ਥੋੜਾ ਜਿਹਾ ਜ਼ਿਆਦਾ ਫੋਕਸ ਕਰਦੇ ਆ। ਕਲਾਇੰਟ ਦਾ ਟਾਈਪ ਵੀ ਹੈ ਸਰ, ਕੁਛ ਲੋਕ ਜਿਹੜੇ ਹੈ ਬਸ ਜਸਟ ਇੱਕ ਟੈਗ ਲਈ ਜਾਂਦੇ ਨੇ, ਜਿਵੇਂ ਕੁਛ ਹੈਗੇ ਜਿਹੜੇ ਰਿਐਲਿਟੀ 'ਚ ਇੱਕ ਰਿਜ਼ਲਟ ਦੇਖਣਾ ਚਾਹੁੰਦੇ ਨੇ, ਇੱਕ ਟਰਾਂਸਫੋਰਮੇਸ਼ਨ, ਕੁਛ ਨੂੰ ਹੈਲਥ ਇਸ਼ੂਜ਼ ਹੈ। ਸੋ ਹਰ ਇੱਕ ਦਾ ਇੱਕ ਦੇਖਣ ਦਾ ਨਜ਼ਰੀਆ ਜਿਮ ਨੂੰ, ਪਰ ਟ੍ਰੇਨਿੰਗ ਲਈ ਜਾਓ ਜੋ ਮੇਨ ਚੀਜ਼ ਹੈ। ਸਰਵਿਸ, ਅਗਰ ਸਰਵਿਸ ਸੈਕਟਰ 'ਚ ਤਾਂ ਓਬਵੀਅਸ ਹੈ ਆਪਾਂ ਸਰਵਿਸ ਹੀ ਦੇਖਦੇ ਹਾਂ ਜੀ। ਆਪਾਂ ਜੇ ਹੁਣ ਆਪਾਂ ਦੇਖਦੇ ਹਾਂ ਐਡਵਰਟੀਜ਼ਮੈਂਟ ਜਿਹੜਾ ਜ਼ਿਆਦਾਤਰ ਹੈਗਾ ਆਪਦੇ ਇਨਵਾਇਰਮੈਂਟ ਨੂੰ ਜਾਂ ਆਪਦੀ ਜਿਮਸ ਨੂੰ ਇਕੁਇਪਮੈਂਟ ਨੂੰ ਬੂਸਟ ਕੀਤਾ ਜਾਂਦਾ ਹੈ, ਪਰ ਨੋ, ਕੋਈ ਵੀ ਕਲਾਕਾਰ ਹੈ, ਆਰਟਿਸਟ ਹੈਗਾ, ਮੰਨ ਲਓ ਕੋਈ ਲੱਕੜ ਦਾ ਹੈਗਾ ਹੈ ਕੰਮ ਕਰਨ ਵਾਲਾ, ਤਾਂ ਉਹ ਅਗਰ ਇਹ ਕਹੀ ਜਾਵੇ ਕਿ ਮੇਰੇ ਕੋਲ ਆਹ ਮਸ਼ੀਨ ਹੈ, ਮੇਰੇ ਕੋਲ USA ਤੋਂ ਆਈ ਮਸ਼ੀਨ ਹੈ, ਬਟ ਉਹਦੇ ਕੋਲ ਕਲਾਕਾਰੀ ਨਾ ਹੋਵੇ ਤਾਂ ਉਹ ਤੋਂ ਆਪਾਂ ਕੀ ਕਰਾਉਣਾ। ਬਿਲਕੁਲ। ਸੋ ਸੇਮ ਐਜ਼ ਦਿਸ ਇਜ਼ ਅ ਸਰਵਿਸ ਸੈਕਟਰ। ਤੁਸੀਂ ਉਹਦਾ ਤਜਰਬਾ ਦੇਖੋ, ਉਹਦੀਆਂ ਟਰਾਂਸਫੋਰਮੇਸ਼ਨਸ ਦੇਖੋ ਕਿ ਉਹਨੇ ਕਿੰਨੇ ਲੋਕ ਚੇਂਜ ਕੀਤੇ ਆ ਜੀ। ਸਿੰਪਲੀ ਇੱਕ ਤੁਸੀਂ ਉਹਨੂੰ ਕੈਚ ਕਰ ਸਕਦੇ ਹੋ ਟ੍ਰੇਨਰ ਨੂੰ ਕਿ ਜੀ 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 ਬਿਲਕੁਲ ਜੀ ਕਰ ਸਕਦਾ ਜੀ ਜੀ। ਤੇ ਧੰਨਵਾਦ ਤੁਹਾਡਾ ਕਮਲ ਜੀ। ਅਗਲੀ ਵਾਰੀ ਆਪਾਂ ਫਿਰ ਗੱਲਬਾਤ ਕਰਾਂਗੇ। ਤੁਸੀਂ ਨੀਂਦ ਨਾਲ ਬੜੀ ਸੋਹਣਾ ਉਹਦੇ ਤੇ ਮੈਂ ਚਾਹੂੰਗਾ ਕਿ ਆਪਾਂ ਡਿਟੇਲ 'ਚ ਥੋੜੀ ਗੱਲਬਾਤ ਕਰੀਏ ਕਿ ਵੀ ਜਿਮ ਨਾਲ ਇਹਦਾ ਕੀ ਕਨੈਕਸ਼ਨ ਆ। ਬਿਲਕੁਲ ਸਰ, ਨੀਂਦ ਬਹੁਤ ਇੰਪੋਰਟੈਂਟ ਹੈ। ਹਾਂ, ਤਾਂ ਆਪਾਂ ਨੈਕਸਟ ਟਾਈਮ ਆ ਜਿਹੜਾ ਉਹਦੇ ਤੇ ਗੱਲਬਾਤ ਕਰਾਂਗੇ। ਜਾਂ ਬਈ ਜੇ ਤੁਹਾਨੂੰ ਲੱਗਿਆ ਕਿ ਕਿਸੇ ਹੋਰ ਟੌਪਿਕ ਤੇ ਗੱਲਬਾਤ ਹੋਣੀ ਚਾਹੀਦੀ ਹੈ, ਲਾਜ਼ਮੀ ਹੈ, ਤਾਂ ਤੁਸੀਂ ਕਮੈਂਟ ਕਰਿਓ, ਉਹਦੇ ਤੇ ਫਿਰ ਕਮਲ ਜੀ ਤੋਂ ਤੁਹਾਡੇ ਸਵਾਲ ਆ ਜਿਹੜਾ ਲੈਣ ਦਾ ਯਤਨ ਕਰਾਂਗੇ। ਸੋ ਧੰਨਵਾਦ ਕਮਲ ਜੀ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ। ਸੋ ਤੁਹਾਡਾ ਵੀ ਸਭ ਦਾ ਧੰਨਵਾਦ ਜੀ। ਦੁਬਾਰਾ ਫਿਰ ਨਵੇਂ ਪ੍ਰੋਗਰਾਮ ਦੇ ਵਿੱਚ ਫਿਰ ਜੁੜਾਂਗੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।